ਏਰੀਆ ਕਿਹੜਾ ਹੈਗਾ ਜਿੱਥੇ ਕਰਜ਼ਾ ਜਿਹੜਾ ਸਭ ਤੋਂ ਜ਼ਿਆਦਾ ਚੱਕਿਆ ਗਿਆ ਵਾ? ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਔਰ SBS NRI ਬੈਲਟ, ਉਹਨੂੰ NRI ਬੈਲਟ ਹੀ ਕਹਿੰਦੇ। ਇੱਥੋਂ ਦੁਆਬਾ ਏਰੀਆ ਚੋਂ ਹੀ ਸਭ ਤੋਂ ਜ਼ਿਆਦਾ ਸ਼ੁਰੂ ਵੀ ਇੱਥੋਂ ਹੀ ਮਾਈਗ੍ਰੇਸ਼ਨ ਹੋਈ ਸੀ, ਚਾਹੇ ਉਹ ਜੱਟ ਸਿੱਖ ਹਾਊਸ ਹੋਲਡਸ ਚੋਂ ਸੀ ਔਰ ਈਵਨ ਜਿਹੜੀ ਇਹ ਸ਼ਡਿਊਲਡ ਕਾਸਟ ਦੇ ਵਿੱਚੋਂ, ਕਿਉਂਕਿ ਮਾਝਾ ਏਰੀਆ ਔਰ ਮਾਲਵਾ ਏਰੀਆ ਵਿੱਚੋਂ ਵੀ ਇਕੁਅਲ ਹੀ ਹੈ। ਮੀਨਸ ਇਹ ਵਾਈਡ ਸਪਰੈਡ ਹੋ ਚੁੱਕੀ ਹੈ। ਜਿਹੜੀ ਹਾਈਐਸਟ ਮਾਈਗ੍ਰੇਸ਼ਨ ਮੀਨ ਜਿੱਥੇ 30% ਤੋਂ ਬਾਅਦ ਅਬਵ ਹੋਈ ਹੈ, ਉਹ ਮਾਝਾ ਏਰੀਆ ਦੇ ਦੋ ਡਿਸਟ੍ਰਿਕਟ ਅੰਮ੍ਰਿਤਸਰ ਔਰ ਗੁਰਦਾਸਪੁਰ, ਮਾਲਵਾ ਦਾ ਫਿਰੋਜ਼ਪੁਰ ਔਰ ਯੈਸ ਦੁਆਬਾ ਦਾ SBS ਨਗਰ। ਆਪਣੇ ਰਿਲੇਟਿਵਸ ਜਾਂ ਈਵਨ ਪਿੰਡਾਂ ਦੇ ਮਨੀ ਲੈਂਡਰਸ ਆੜਤੀਆਂ ਤੋਂ ਵੀ ਤੁਸੀਂ ਇਹ ਜਿਹੜਾ ਕੀਤੇ ਹੈ। ਲੈਂਡ ਵੀ ਆਈ ਹੈ, ਕੋਈ ਪਲਾਟ ਐਗਰੀਕਲਚਰ ਲੈਂਡ ਤੋਂ ਇਲਾਵਾ ਕੋਈ ਪਲਾਟਸ ਵਗੈਰਾ ਵੀ ਹੈ ਔਰ ਟੌਪ ਸੋਇਲ। ਇਹ ਬੜਾ ਇੱਕ ਨਵਾਂ ਅਸੀਂ ਟ੍ਰੈਂਡ ਦੇਖਿਆ ਕਿ ਪਿੰਡਾਂ ਵਿੱਚ ਆਪਣੀ ਖੇਤੀ ਦੇ ਉੱਪਰਲੀ 4, 4.5, 5 ਫੁੱਟ ਤੱਕ ਦੀ ਜਿਹੜੀ ਹੈਗੀ ਹੈ ਉਹ ਮਿੱਟੀ ਵੇਚ ਕੇ ਵੀ ਲੋਕਾਂ ਨੇ ਫੰਡਸ ਜਨਰੇਟ ਕੀਤੇ ਹੈ। ਪੰਜਾਬ ਦਾ ਨੌਜਵਾਨ ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਜਾ ਕੇ ਸੈੱਟ ਹੋ ਰਿਹਾ ਵਾ, ਪਰ ਇਹ ਨੌਜਵਾਨ ਜਿਹੜੇ ਨੇ ਆਪਣੇ ਪਰਿਵਾਰਾਂ ਦੇ ਉੱਤੇ ਕਰਜ਼ਾ ਵੀ ਛੱਡ ਕੇ ਜਾ ਰਹੇ ਨੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਆ ਜਿਹਦੇ 'ਚ ਸਾਹਮਣੇ ਆਇਆ ਕਿ 14,000 ਕਰੋੜ ਤੋਂ ਵੱਧ ਦਾ ਕਰਜ਼ਾ ਜਿਹੜਾ ਵਾ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਸਿਰ ਦੇ ਉੱਤੇ ਖੜਾ ਕਰ ਦਿੱਤਾ ਵਾ। ਸੋ ਗੱਲਬਾਤ ਕਰਾਂਗੇ, ਸਾਡੇ ਨਾਲ ਪ੍ਰੋਫੈਸਰ ਸ਼ਾਲਿਨੀ ਸ਼ਰਮਾ ਜੀ ਮੌਜੂਦ ਨੇ ਜਿਨ੍ਹਾਂ ਨੇ ਇਹ ਪੂਰੀ ਰਿਸਰਚ ਕੀਤੀ ਆ। ਮੈਡਮ, ਕਿਹੜੇ ਡਿਪਾਰਟਮੈਂਟ ਵੱਲੋਂ ਰਿਸਰਚ ਕੀਤੀ ਗਈ ਆ, ਕੀ ਰਿਸਰਚ ਕੀਤੀ ਗਈ ਆ, ਆਖਿਰ ਕਾਰਨ ਕੀ ਸੀ ਇਸ ਰਿਸਰਚ ਦਾ? ਇਹ ਰਿਸਰਚ ਸੀਗੀ ਓਵਰਸੀਜ਼ ਮਾਈਗ੍ਰੇਸ਼ਨ, ਉਹਦੇ ਟ੍ਰੈਂਡਸ, ਕਾਜ਼ਸ ਐਂਡ ਕਨਸੀਕੁਐਂਸਿਸ ਵਰਕ ਆਊਟ ਕਰਨ ਲਈ। ਪਹਿਲਾਂ ਅਸੀਂ ਇਹ ਰਿਸਰਚ ਦੀ ਜਿਹੜੀ ਪ੍ਰਪੋਜ਼ਲ ਸੀਗੀ ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸ ਰਿਸਰਚ ਨੂੰ ਸਬਮਿਟ ਕਰਵਾਈ ਸੀ, ਪਰ ਕੋਵਿਡ ਦੇ ਦੌਰਾਨ ਕਾਫੀ ਰਿਸਰਚ ਜਿਹੜੇ ਪ੍ਰੋਜੈਕਟਸ ਫੰਡ ਨਹੀਂ ਹੋਏ ਤੇ ਕਿਉਂਕਿ ਇਹ ਬੜਾ ਕੰਟੈਂਪਰੇਰੀ ਇਸ਼ੂ ਸੀਗਾ, ਇਹਨੂੰ ਯੂਨੀਵਰਸਿਟੀ ਨੇ ਹੀ ਫੰਡ ਕੀਤਾ ਔਰ ਡਿਪਾਰਟਮੈਂਟ ਆਫ ਇਕਨੋਮਿਕਸ ਐਂਡ ਸੋਸ਼ੀਓਲੋਜੀ ਦੇ ਵਿੱਚ ਅਸੀਂ ਇਹ ਰਿਸਰਚ 2021 ਵਿੱਚ ਸ਼ੁਰੂ ਕੀਤੀ। ਮੈਂ ਪ੍ਰੋਫੈਸਰ ਆਫ ਸੋਸ਼ੀਓਲੋਜੀ ਹਾਂ ਔਰ ਮੇਰੇ ਨਾਲ ਦੋ ਇਕਨੋਮਿਕਸ ਦੇ, ਇੱਕ ਸੀਨੀਅਰ ਪ੍ਰੋਫੈਸਰ ਡਾਕਟਰ ਮਨਜੀਤ ਕੌਰ ਔਰ ਇੱਕ ਅਸਿਸਟੈਂਟ ਪ੍ਰੋਫੈਸਰ ਡਾਕਟਰ ਅਮਿਤ ਗੁਲੇਰੀਆ ਇਸ ਪ੍ਰੋਜੈਕਟ ਦੇ ਨਾਲ ਐਸੋਸੀਏਟਡ ਸੀਗੇ। ਇਹ ਅਸੀਂ ਜਿਹੜੀ ਰਿਸਰਚ ਸਟੱਡੀ ਜਿਹੜੀ ਕਿ ਸਾਡੇ ਸਟੇਟ ਗਵਰਨਮੈਂਟ ਦੇ ਥਰੂ, ਮਤਲਬ ਯੂਨੀਵਰਸਿਟੀ ਦੇ ਥਰੂ ਫੰਡ ਹੋਈ, ਸਾਨੂੰ ਅਸੀਂ ਸਟਾਰਟ ਕੀਤੀ ਸੀ ਜਦੋਂ ਸੈਂਪਲਿੰਗ ਸਟਾਰਟ ਕੀਤੀ ਤੇ ਪੰਜਾਬ ਦੇ 22 ਜ਼ਿਲ੍ਹੇ ਸੀਗੇ, ਉਸ ਤੋਂ ਬਾਅਦ ਮਲੇਰਕੋਟਲਾ ਵੀ ਐਡ ਹੋਇਆ। ਹਾਂਜੀ, ਸੋ ਇਹ 22 ਜ਼ਿਲ੍ਹਿਆਂ 'ਚ ਇਹ ਸਟੱਡੀ ਕੀਤੀ। ਹਰ ਜ਼ਿਲ੍ਹੇ ਵਿੱਚੋਂ ਅਸੀਂ 2 ਬਲਾਕਸ ਸਿਲੈਕਟ ਕੀਤੇ ਔਰ ਹਰ ਬਲਾਕ ਵਿੱਚੋਂ ਇੱਕ ਪਿੰਡ। ਸੋ ਇਨ ਟੋਟਲ 44 ਬਲਾਕਸ ਤੇ ਇਹ ਸਟੱਡੀ ਹੋਈ ਔਰ ਜਿਹੜੇ ਉਹ ਵਿਲੇजेस ਸਿਲੈਕਟ ਕੀਤੇ ਅਸੀਂ ਸੈਂਪਲ ਸਿਲੈਕਸ਼ਨ ਦੇ ਥਰੂ। ਸਾਡਾ ਕ੍ਰਾਈਟੇਰੀਆ ਸੀ ਕਿ 250 ਤੋਂ ਲੈ ਕੇ 600 ਹਾਊਸ ਹੋਲਡਸ ਹੋਣ ਤੇ ਫਾਈਨਲੀ ਜਿਹੜੇ ਸਾਡੇ ਕੋਲ ਡਾਟਾ ਆਇਆ ਉਹ ਅਸੀਂ ਕੰਪਲੀਟ ਐਨਿਮਰੇਸ਼ਨ ਕੀਤੀ ਸਿਲੈਕਟਡ ਵਿਲੇजेस ਦੀ, ਜਿਹਦੇ ਵਿੱਚ 10,000 ਦੇ ਕਰੀਬ 9492 ਹਾਊਸ ਹੋਲਡ ਸੀ ਜਿਨ੍ਹਾਂ ਦੀ ਕੰਪਲੀਟ ਐਨਿਮਰੇਸ਼ਨ ਅਸੀਂ ਥਰੂ ਵੋਟਰ ਲਿਸਟ ਕਰਦੇ ਹਾਂ। ਉਹਦੇ ਵਿੱਚ ਜਿਹੜੀ ਸਾਡੀ ਟੀਮ ਹੁੰਦੀ DCS ਡਾਟਾ ਕਲੈਕਸ਼ਨ ਅਸਿਸਟੈਂਟਸ ਦੀ ਟੀਮ ਹੁੰਦੀ ਹੈ, ਉਹਦੇ ਥਰੂ ਅਸੀਂ ਮੈਗਨੀਚਿਊਡ ਵਰਕਆਊਟ ਕੀਤਾ। ਮੈਗਨੀਚਿਊਡ ਦੇ ਨਾਲ ਅਸੀਂ ਇਹ ਵੀ ਵਰਕਆਊਟ ਕੀਤਾ ਕਿ ਜਿਹੜੀ ਰੂਰਲ ਹਾਊਸ ਹੋਲਡਸ, ਇਹ ਮੈਂ ਪਹਿਲਾਂ ਕਲੀਅਰ ਕਰਦਾ, ਇਹ ਜਿਹੜੀ ਸਟੱਡੀ ਸੀ ਉਹ ਰੂਰਲ ਹਾਊਸ ਹੋਲਡ, ਪੰਜਾਬ ਦੇ ਰੂਰਲ ਹਾਊਸ ਹੋਲਡਸ ਦੀ ਸੀ, ਅਰਬਨ ਦੀ ਨਹੀਂ ਸੀ। ਔਰ ਰੂਰਲ ਹਾਊਸ ਹੋਲਡਸ ਦੇ ਵਿੱਚੋਂ ਅਸੀਂ ਜਿਹੜਾ ਐਕਸਟੈਂਟ ਵਰਕਆਊਟ ਕੀਤਾ ਉਹ 13.34% ਜਿਹੜੇ ਰੂਰਲ ਹਾਊਸ ਹੋਲਡਸ ਦੇ ਵਿੱਚੋਂ ਇਹ ਮਾਈਗ੍ਰੇਸ਼ਨ ਹੋਈ। ਮੀਨਸ ਇਹਨਾਂ ਹਾਊਸ ਹੋਲਡ ਵਿੱਚੋਂ ਐਟਲੀਸਟ 1 ਮੈਂਬਰ ਹੈਜ਼ ਮਾਈਗ੍ਰੇਟਡ ਟੂ ਸਮ ਫੋਰਨ ਲੈਂਡ, ਉਹ ਫੋਰਨ ਕੰਟਰੀ ਨੂੰ। ਪਰ ਉਹਦੇ ਨਾਲ ਹੀ ਅਸੀਂ ਸਾਰੇ ਡਿਸਟ੍ਰਿਕਟਸ ਦੀ ਮੈਪਿੰਗ ਕੀਤੀ, ਜਿਨ੍ਹਾਂ ਨੂੰ ਕੈਟੇਗਰਾਈਜ਼ ਵੀ ਕੀਤਾ। ਕੁਝ ਡਿਸਟ੍ਰਿਕਟਸ ਵਿੱਚ ਬਹੁਤ ਹਾਈ ਮਾਈਗ੍ਰੇਸ਼ਨ ਆਈ, ਮੀਨਸ 30%, ਤੁਸੀਂ ਕਹਿ ਸਕਦੇ ਹੋ ਕਿ 1/3 ਆਫ ਰੂਰਲ ਹਾਊਸ ਹੋਲਡਸ ਦੇ ਵਿੱਚੋਂ ਜਿਹੜੀ ਮਾਈਗ੍ਰੇਸ਼ਨ ਸੀ, ਮਤਲਬ ਐਟਲੀਸਟ 1 ਮੈਂਬਰ ਮਾਈਗ੍ਰੇਟਡ। ਮੀਨਸ 1 ਤੋਂ ਜ਼ਿਆਦਾ ਵੀ ਸੀ, 2, 3, 4 ਮੈਂਬਰਸ ਵੀ ਮਾਈਗ੍ਰੇਟਡ ਸੀ। ਪਰ ਸਾਡੇ ਕ੍ਰਾਈਟੇਰੀਆ 'ਚ ਅਸੀਂ ਮਾਈਗ੍ਰੈਂਟ ਹਾਊਸ ਹੋਲਡ ਉਹਨੂੰ ਲਿੱਤਾ ਜਿਹਦੇ ਵਿੱਚ ਐਟਲੀਸਟ 1 ਮੈਂਬਰ ਹੈਜ਼ ਮਾਈਗ੍ਰੇਟਡ। ਤੇ ਜਦੋਂ ਸਿਲੈਕਟ ਕੀਤਾ ਸੀ ਉਦੋਂ ਸਾਡਾ ਆਬਜੈਕਟਿਵ ਇਹ ਨਹੀਂ ਸੀ ਕਿ ਉਹ ਸਟੂਡੈਂਟ ਤੇ ਗਿਆ ਜਾਂ ਵਰਕ ਵੀਜ਼ਾ ਤੇ ਗਿਆ ਜਾਂ ਸਪਾਊਸ ਵੀਜ਼ਾ ਤੇ ਗਿਆ ਜਾਂ ਈਵਨ ਇਲੀਗਲ ਰੂਟ ਦੇ ਥਰੂ ਗਏ ਜਾਂ ਜਿਹੜੇ ਆਪਣੇ ਵਿਜ਼ਟਰ ਵੀਜ਼ਾ ਤੇ ਜਾ ਕੇ ਉਧਰ ਕਨਵਰਟ ਕਰਵਾ ਲੈਂਦੇ ਆ। ਹਰ ਕੈਟੇਗਰੀ ਦੇ ਮਾਈਗ੍ਰੈਂਟ ਸੀਗੇ ਔਰ ਜਿਹੜਾ ਸਾਡਾ ਡਾਟਾ ਲਿੱਤਾ ਸੀ 1990 ਔਨਵਰਡਸ ਲਿੱਤਾ ਔਰ ਸੈਪਟੈਂਬਰ 2022 ਤੱਕ ਦਾ ਲਿੱਤਾ ਸੀਗਾ।
ਇਹ ਸਾਰੀ ਮਾਈਗ੍ਰੇਸ਼ਨ ਕੰਪਲੀਟ ਕੀਤੀ। ਸਭ ਤੋਂ ਜ਼ਿਆਦਾ ਏਰੀਆ ਕਿਹੜਾ ਹੈਗਾ ਜਿੱਥੇ ਕਰਜ਼ਾ ਜਿਹੜਾ ਸਭ ਤੋਂ ਜ਼ਿਆਦਾ ਚੱਕਿਆ ਗਿਆ ਵਾ? ਦੇਖੋ, ਕਰਜ਼ੇ ਦੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਬਾਅਦ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਏਰੀਆ ਕਿਹੜਾ ਹੈ ਉਹ ਸ਼ੇਅਰ ਕਰਦੀ ਹਾਂ। ਅੱਜ ਤੱਕ ਇਹੀ ਮੰਨਿਆ ਗਿਆ ਕਿ ਦੁਆਬਾ ਏਰੀਆ ਤੋਂ ਸਭ ਤੋਂ ਜ਼ਿਆਦਾ, ਦੁਆਬਾ 'ਚ ਆਪਣੇ 4 ਡਿਸਟ੍ਰਿਕਟਸ ਹੈ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਔਰ SBS NRI ਬੈਲਟ। ਉਹਨੂੰ NRI ਬੈਲਟ ਹੀ ਕਹਿੰਦੇ, ਜਿਸ ਤਰ੍ਹਾਂ ਤੁਸੀਂ ਬਹੁਤ ਠੀਕ ਦੱਸਿਆ। ਔਰ ਇੱਥੋਂ ਦੁਆਬਾ ਏਰੀਆ 'ਚੋਂ ਹੀ ਸਭ ਤੋਂ ਜ਼ਿਆਦਾ ਸ਼ੁਰੂ ਵੀ ਇੱਥੋਂ ਹੀ ਮਾਈਗ੍ਰੇਸ਼ਨ ਹੋਈ ਸੀ, ਚਾਹੇ ਉਹ ਜੱਟ ਸਿੱਖ ਹਾਊਸ ਹੋਲਡਸ 'ਚੋਂ ਸੀ ਔਰ ਈਵਨ ਜਿਹੜੀ ਇਹ ਸ਼ਡਿਊਲਡ ਕਾਸਟ ਦੇ ਵਿੱਚੋਂ, ਕਿਉਂਕਿ ਕੁਝ ਡਿਸਟ੍ਰਿਕਟਸ, ਕੁਝ ਵਿਲੇजेस ਦੇ ਵਿੱਚ ਜਲੰਧਰ ਔਰ ਕਪੂਰਥਲਾ ਦੇ ਈਵਨ ਜਿਹੜੇ ਸ਼ਡਿਊਲਡ ਕਾਸਟ ਦੇ ਪਰਸੈਂਟੇਜ ਹੈ ਉਹ 45, 50, 55, 60% ਤੱਕ ਵੀ ਵਿਲੇजेस ਵਿੱਚ ਸ਼ਡਿਊਲਡ ਕਾਸਟ ਦੀ ਹੈ। ਸੋ ਇਹ ਉਦੋਂ ਲੈਦਰ ਟ੍ਰੇਡਰਸ ਵੀ ਸੀਗੇ ਇਸ ਕਾਸਟ ਵਿੱਚ, ਆਦ ਧਰਮੀ, ਇਹ ਬੜੇ ਪਹਿਲ ਕੀਤੀ ਇਹਨਾਂ ਨੇ। ਪਰ ਹੁਣ ਜਿਹੜੇ ਟ੍ਰੈਂਡਸ ਆਏ ਆ ਸਾਡੇ ਕੋਲ, ਉਹ ਆਏ ਕਿ ਮਾਝਾ ਏਰੀਆ ਔਰ ਮਾਲਵਾ ਏਰੀਆ ਵਿੱਚੋਂ ਵੀ ਇਕੁਅਲ ਹੀ ਹੈ। ਮੀਨਸ ਇਹ ਵਾਈਡ ਸਪਰੈਡ ਹੋ ਚੁੱਕੀ ਹੈ ਮਾਈਗ੍ਰੇਸ਼ਨ ਦਾ ਫਿਨੋਮੇਨਾ। ਜਿਹੜਾ ਪਹਿਲਾਂ ਦੁਆਬਾ ਏਰੀਆ ਦੀ ਇੱਕ ਪੈਕੂਲੈਰਿਟੀ ਸੀ, ਹੁਣ ਇਹ ਵਾਈਡ ਸਪਰੈਡ ਹੋ ਚੁੱਕੀ ਹੈ। ਔਰ ਉਹਦਾ ਵਾਈਡ ਸਪਰੈਡ ਹੋਣ ਦੇ 2 ਰੀਜ਼ਨਸ ਹੈ ਸਾਡੇ ਡਾਟਾ ਦੇ ਵਿੱਚ। ਦੇਖੋ, ਤੁਹਾਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਸ਼ੇਅਰ ਕੀਤਾ ਕਿ ਹਰ ਤਰ੍ਹਾਂ ਦੇ ਵੀਜ਼ਾ ਤੇ ਮਾਈਗ੍ਰੈਂਟ ਆਏ ਹੈ, ਪਰ ਜਿਹੜਾ ਟ੍ਰੈਂਡ ਆਇਆ 2015-16 ਔਨਵਰਡ ਜਿਹੜਾ ਹੈ, ਉਹ ਜ਼ਿਆਦਾ ਸਟੂਡੈਂਟ ਵੀਜ਼ਾ ਤੇ ਗਏ ਹੈ। ਔਰ ਜਦੋਂ ਉਹ ਸਟੂਡੈਂਟ ਵੀਜ਼ਾ ਤੇ ਗਏ ਹੈ ਤੇ ਉਹਦੇ ਵਿੱਚ ਫੈਮਨਾਈਜੇਸ਼ਨ ਆਫ ਮਾਈਗ੍ਰੇਸ਼ਨ ਵੀ ਹੋਈ ਹੈ। ਹੁਣ ਮੈਂ ਜੇ ਸ਼ੇਅਰ ਕਰਾਂ ਏਰੀਆ ਦੀ, ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਸੀ, ਤੇ ਜਿਹੜੀ ਹਾਈਐਸਟ ਮਾਈਗ੍ਰੇਸ਼ਨ ਮੀਨ ਜਿੱਥੇ 30% ਤੋਂ ਬਾਅਦ ਅਬਵ ਹੋਈ ਹੈ, ਉਹ ਮਾਝਾ ਏਰੀਆ ਦੇ 2 ਡਿਸਟ੍ਰਿਕਟ ਅੰਮ੍ਰਿਤਸਰ ਔਰ ਗੁਰਦਾਸਪੁਰ, ਮਾਲਵਾ ਦਾ ਫਿਰੋਜ਼ਪੁਰ ਔਰ ਯੈਸ ਦੁਆਬਾ ਦਾ SBS ਨਗਰ। ਇੱਥੇ 30% ਤੋਂ ਵੱਧ ਰੂਰਲ ਹਾਊਸ ਹੋਲਡਸ ਵਿੱਚ ਐਟਲੀਸਟ 1 ਮੈਂਬਰ ਮਾਈਗ੍ਰੇਟਡ ਹੈ। ਔਰ ਇਹਦੇ ਪਿੱਛੇ ਇੱਕ ਰੀਜ਼ਨ ਜਿਹੜਾ ਆਇਆ ਹੈ, ਕਿਉਂਕਿ ਅਦਰਵਾਈਜ਼ ਟੋਟਲ, ਜਿਸ ਤਰ੍ਹਾਂ ਇਹ ਜਿਹੜਾ ਅੱਗੇ ਫਰਦਰ ਅਸੀਂ ਜਿਹੜਾ ਸੈਂਪਲ ਜਿਨ੍ਹਾਂ ਤੇ ਅਸੀਂ ਡਿਟੇਲਡ ਸਟੱਡੀ ਕੀਤੀ ਹੈ, ਉਹ 660 ਸਾਡੇ ਕੋਲ ਮਾਈਗ੍ਰੈਂਟ ਹਾਊਸ ਹੋਲਡ ਸੀਗੇ ਔਰ 6 ਨॉन ਮਾਈਗ੍ਰੈਂਟ ਹਾਊਸ ਹੋਲਡ, ਕਿਉਂਕਿ ਕੰਪੈਰੀਟਿਵ ਅਸੀਂ ਕੀਤੀ, ਨॉन ਮਾਈਗ੍ਰੈਂਟ ਵੀ ਲਿੱਤਾ, ਔਰ 640 ਜਿਹੜੇ ਸੀਗੇ ਸਾਡੇ ਕੋਲ, ਕਿਉਂਕਿ ਕੁਝ ਡਿਸਟ੍ਰਿਕਟਸ ਵਿੱਚ ਸਾਨੂੰ ਮਾਈਗ੍ਰੈਂਟ ਹਾਊਸ ਹੋਲਡਸ ਉਹਨੇ ਨਹੀਂ ਮਿਲੇ। ਅਸੀਂ, ਸਾਡਾ ਸੈਂਪਲ ਸਿਲੈਕਸ਼ਨ ਦੇ ਟਾਈਮ 'ਚ ਸੀ ਕਿ ਹਰ ਵਿਲੇਜ ਤੋਂ ਅਸੀਂ 15 ਲਵਾਂਗੇ ਐਟਲੀਸਟ, ਪਰ ਕੁਝ ਜਿਸ ਤਰ੍ਹਾਂ ਇੱਧਰ ਪਠਾਨਕੋਟ ਵਾਲੀ ਸਾਈਡ ਤੇ ਕੁਝ ਵਿਲੇजेस ਸਾਨੂੰ 15 ਰਿਕੁਆਇਰਡ ਨੰਬਰ ਨਹੀਂ ਮਿਲਿਆ, ਤਾਂ 640 ਸਾਡੇ ਜਿਹੜੇ ਮਾਈਗ੍ਰੈਂਟ ਹਾਊਸ ਹੋਲਡਸ ਆਏ। ਇਹਨਾਂ ਤੇ ਜਿਹੜੀ ਅਸੀਂ ਡਿਟੇਲਡ ਫਿਰ ਸਟੱਡੀ ਕੀਤੀ, 640 ਮਾਈਗ੍ਰੈਂਟ ਹਾਊਸ ਹੋਲਡਸ ਵਿੱਚੋਂ ਸਾਡੇ ਕੋਲ 831 ਮਾਈਗ੍ਰੈਂਟ ਸੀਗੇ ਸਾਡੇ ਕੋਲ, ਮੀਨਸ ਕਈ ਹਾਊਸ ਹੋਲਡਸ ਵਿੱਚ ਇੱਕ ਤੋਂ ਜ਼ਿਆਦਾ ਸੀਗੇ। ਤੇ ਇਹ ਜਿਹੜੇ 2015 ਔਨਵਰਡ ਆਇਆ ਸਾਡੇ ਕੋਲ ਪਰਸੈਂਟੇਜ, ਟੋਟਲ ਮਾਈਗ੍ਰੈਂਟ ਵਿੱਚੋਂ 70% ਜਿਹੜੇ ਸੀਗੇ ਉਹ 2015 ਤੋਂ ਬਾਅਦ ਮਾਈਗ੍ਰੇਟ ਹੋਏ, ਔਰ ਉਹਨਾਂ ਵਿੱਚੋਂ ਵੀ ਸਟੂਡੈਂਟ ਮਾਈਗ੍ਰੈਂਟਸ ਦੀ ਜਿਹੜੀ ਪ੍ਰੈਪੋਂਡਰੈਂਸ, ਜਿਹੜੀ ਨਿਊਮੈਰੀਕਲ ਪ੍ਰੈਪੋਂਡਰੈਂਸ ਉਹ ਜ਼ਿਆਦਾ ਸੀ। ਔਰ ਉਹਦੇ ਵਿੱਚ ਵੀ ਫੀਮੇਲਸ ਜਿਹੜੀਆਂ ਸੀਗੀਆਂ ਉਹ ਉਹਨਾਂ ਦੀ ਪਰਸੈਂਟੇਜ ਜ਼ਿਆਦਾ ਸੀ। ਉਹਦਾ ਰੀਜ਼ਨ ਦੇਖੋ ਇਹ ਹੈ ਕਿ ਜਿਹੜੀ ਸਟੂਡੈਂਟ ਵੀਜ਼ਾ ਦੇ ਲਈ ਜਿਹੜੀ ਪ੍ਰੀ ਰਿਕੁਇਜ਼ਿਟ ਹੈ, ਰਿਕੁਆਇਰਮੈਂਟ ਹੈ, ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਹੈ। ਉਹਦੇ ਵਿੱਚ ਵੀ ਜਿਹੜੇ ਆਈਲੈਟਸ ਜਾਂ ਮੈਜੋਰਿਟੀ ਅਪੀਅਰ ਕਰਦੇ ਆ, ਮੈਜੋਰਿਟੀ ਕੰਟਰੀਜ਼ ਆਈਲੈਟਸ ਨੂੰ ਮੰਨਦੀਆਂ, ਉਹਦਾ ਜਿਹੜਾ ਮਿਨੀਮਮ ਬੈਡ 6 ਜਾਂ 6.5 ਹੈ, ਉਹ ਲੜਕੀਆਂ ਦੇ ਐਕਸੈਲਡ ਮੋਰ ਕੰਪੇਅਰ ਟੂ ਬॉयਜ਼। ਸੋ ਉਹਦੇ ਵਿੱਚ ਇਹਨੂੰ ਅਸੀਂ ਕਹਿੰਦੇ ਕਿ ਫੈਮਨਾਈਜੇਸ਼ਨ ਆਫ ਜਿਹੜੀ ਮਾਈਗ੍ਰੇਸ਼ਨ ਹੋਈ ਹੈ, ਕਿ ਲੜਕੀਆਂ ਪਹਿਲਾਂ ਜਿਹੜੀਆਂ ਡਿਪੈਂਡੈਂਟ ਵੀਜ਼ਾ ਤੇ ਜਾਂਦੀਆਂ ਸੀ, ਜਾਂ ਉਹ ਸਪਾਊਸ ਵੀਜ਼ਾ ਤੇ ਗਈਆਂ, ਜਾਂ ਇਵਨ ਕੋਈ ਵਰਕ ਵੀਜ਼ਾ ਤੇ ਵੀ ਗਏ ਆ, ਹੁਣ ਹੈ ਉਹ ਇੰਡੀਪੈਂਡੈਂਟਲੀ ਜਾ ਰਹੀਆਂ ਔਨ ਸਟੂਡੈਂਟ ਵੀਜ਼ਾ। ਇਹ ਫੈਮਨਾਈਜੇਸ਼ਨ ਆਫ ਮਾਈਗ੍ਰੇਸ਼ਨ ਹੋਈ ਹੈ। ਹਾਂ, ਜਿੱਥੇ ਤੱਕ ਆਪਾਂ ਕਹੀਏ ਕਿ ਇਹਦੇ ਲਈ ਜਿਹੜੇ ਫੰਡਸ ਜਨਰੇਟ ਕੀਤੇ ਉਹ ਪਰਸਨਲ ਬੋਰਿੰਗ ਦੇ ਥਰੂ ਵੀ, ਪਰਸਨਲ ਬੋਰਿੰਗ ਇੰਸਟੀਟਿਊਸ਼ਨਲ ਸੋਰਸਿਸ ਤੋਂ ਵੀ ਔਰ ਨਾਨ ਇੰਸਟੀਟਿਊਸ਼ਨਲ ਸੋਰਸਿਸ ਤੋਂ ਵੀ। ਇੰਸਟੀਟਿਊਸ਼ਨਲ ਤੁਸੀਂ ਸਮਝਦੇ ਹੋ ਬੈਂਕਾਂ ਤੋਂ ਲਿੱਤਾ ਹੈ, ਔਰ ਨਾਨ ਇੰਸਟੀਟਿਊਸ਼ਨਲ ਸੋਰਸਿਸ ਜਿਹੜੇ ਹੈ ਆਪਣੇ ਰਿਲੇਟਿਵਸ ਜਾਂ ਈਵਨ ਪਿੰਡਾਂ ਦੇ ਮਨੀ ਲੈਂਡਰਸ, ਆੜਤੀਆਂ ਤੋਂ ਵੀ ਤੁਸੀਂ ਇਹ ਜਿਹੜਾ ਕੀਤੇ ਹੈ। ਔਰ ਉਹਦੇ ਲਈ ਆਪਣੇ ਵੀ ਜਿਹੜੇ ਅਸੈਟਸ ਹੈ ਉਹ ਸੈਲ ਆਫ ਕੀਤੇ ਹੈ ਮਾਈਗ੍ਰੈਂਟ ਹਾਊਸ ਹੋਲਡਸ ਨੇ। ਖੇਤੀਬਾੜੀ ਅਸੈਟਸ ਦੇ ਵਿੱਚ ਦੇਖੋ ਲੈਂਡ ਵੀ ਆਈ ਹੈ, ਕੋਈ ਪਲਾਟ ਐਗਰੀਕਲਚਰ ਲੈਂਡ ਤੋਂ ਇਲਾਵਾ ਕੋਈ ਪਲਾਟਸ ਵਗੈਰਾ ਵੀ ਹੈ, ਔਰ ਟੌਪ ਸੋਇਲ
ਇਹ ਬੜਾ ਇੱਕ ਨਵਾਂ ਅਸੀਂ ਟ੍ਰੈਂਡ ਦੇਖਿਆ ਕਿ ਪਿੰਡਾਂ ਵਿੱਚ ਆਪਣੀ ਖੇਤੀ ਦੇ ਉੱਪਰਲੀ 4 4.5 5 ਫਿਟ ਤੱਕ ਵੀ ਜਿਹੜੀ ਹੈਗੀ ਹੈ ਉਹ ਮਿੱਟੀ ਵੇਚ ਕੇ ਵੀ ਲੋਕਾਂ ਨੇ ਫੰਡਸ ਜਨਰੇਟ ਕੀਤੇ ਹੈ। ਗੋਲਡ ਕਾਫੀ ਜਿਹੜਾ ਪਰਸਨਲ ਗੋਲਡ ਹੈ ਉਹ ਕਾਫੀ ਪਰਸੈਂਟੇਜ ਆਈ ਹੈ ਸਾਡੇ ਕੋਲ, ਔਰ ਫਾਰਮ ਮਸ਼ੀਨਰੀ ਔਰ ਜਿਹੜੇ ਆਪਣੇ ਵਹੀਕਲਸ ਹੈ ਜਿਹਦੇ ਵਿੱਚ ਟਰੈਕਟਰ ਹੈ, ਈਵਨ ਕਾਰ ਵਗੈਰਾ, ਮੋਟਰ ਬਾਈਕਸ ਵਗੈਰਾ ਸੇਲ ਆਫ ਕਰਕੇ ਫੰਡਸ ਜਿਹੜੇ ਜਨਰੇਟ ਕੀਤੇ ਹੈ। ਔਰ ਆਲਮੋਸਟ ਜੇ ਮੈਂ ਐਗਜ਼ੈਕਟ ਫਿਗਰਸ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਜਿਹੜਾ ਅਸੈਟਸ ਸੇਲ ਆਫ ਹੋਏ ਆ ਉਹ 5639 ਕਰੋੜ ਦੇ ਜਿਹੜੇ ਰੂਰਲ ਪੰਜਾਬ ਨੇ ਜਿਹੜੇ ਅਸੈਟਸ ਸੋਲਡ ਕੀਤੇ, ਜਿਹੜੀ 20% ਆਫ ਦਾ ਟੋਟਲ ਮਾਈਗ੍ਰੈਂਟ, ਮਤਲਬ ਕਿ ਜਿਹੜੇ ਸਾਡੇ ਕੋਲ 640 ਮਾਈਗ੍ਰੈਂਟ ਹਾਊਸ ਹੋਲਡ ਸੀ ਉਹਨਾਂ ਚੋਂ 20% ਨੇ ਆਪਣੇ ਅਸੈਟਸ ਸੇਲ ਆਫ ਕੀਤੇ ਟੂ ਜਨਰੇਟ। ਔਰ ਉਹਦੇ ਨਾਲ ਨਾਲ ਹੀ ਬੋਰਿੰਗ ਵੀ ਹੋਈ, ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤੀ ਹੈ ਕਿ 14,000 ਕਰੋੜ ਤੋਂ ਵੱਧ ਦੀ ਜਿਹੜੀ ਸਾਡੀ ਫਿਗਰਸ ਐਸਟੀਮੇਟਸ, ਇਹ ਐਸਟੀਮੇਟਸ ਹੁੰਦੇ ਆ। ਦੇਖੋ ਅਸੀਂ ਫਾਰਮ ਹਾਊਸ ਹੋਲਡਸ ਦੇ ਹਿਸਾਬ ਨਾਲ, ਕਿਉਂਕਿ ਅਸੀਂ 13% ਕੀਤੀ ਹੈ ਤਕਰੀਬਨ, ਜਿਹੜੀ ਆਪਣੇ ਕੋਲ ਸੈਂਸਸ ਦੇ ਹਿਸਾਬ ਨਾਲ ਜਿਹੜੀ ਲੇਟੈਸਟ ਫਿਗਰਸ ਆ ਰਹੀਆਂ ਪੰਜਾਬ ਵਿੱਚ 34 ਲੱਖ ਜਿਹੜੇ ਫਾਰਮ ਹਾਊਸ ਹੋਲਡਸ ਹੈ, ਰੂਰਲ ਹਾਊਸ ਹੋਲਡਸ ਹੈ, ਔਰ ਉਹਨਾਂ ਨੂੰ ਜੇ ਆਪਾਂ 13% 13.34% ਦੇ ਨਾਲ ਜਿਹਦੇ 'ਚ ਆਪਾਂ ਕਹਿੰਦੇ ਹਾਂ ਕਿ ਟੋਟਲ ਮਾਈਗ੍ਰੇਸ਼ਨ ਹੈ, ਉਹਦੇ ਹਿਸਾਬ ਨਾਲ ਅਸੀਂ ਆਪਣੇ ਫਿਗਰਸ ਵਰਕ ਆਊਟ ਕੀਤੀਆਂ ਹੈਗੀਆਂ। ਕਿਹੜੀ ਕੰਟਰੀ ਦੇ ਵਿੱਚ ਜਿਹੜੇ ਮੂਵ ਜਿਹੜੇ ਹੋਏ ਨੇ ਜਿਹੜੇ ਵਿਦਿਆਰਥੀ ਨੇ, ਆਪਾਂ ਗੱਲ ਕੀਤੀ ਜਾਵੇ, ਕਿਉਂਕਿ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਹੈ ਕਿ ਜਿਹੜੇ ਸਾਡੇ ਡਾਟਾ ਵਿੱਚ ਵੀ ਚਾਹੇ ਅਸੀਂ 90 ਔਨਵਰਡਸ ਲਿੱਤਾ ਹੈ, ਪਰ ਜਿਹੜੀ ਪਰਸੈਂਟੇਜ ਆਈ ਹੈ ਉਹ ਸਟੂਡੈਂਟ ਵੀਜ਼ਾ ਦੀ ਆਈ ਹੈ, ਔਰ 40% ਜਿਹੜੇ 41 ਪੁਆਇੰਟ ਸਮਥਿੰਗ ਹੈ, 42% ਦੇ ਕਰੀਬ ਜਿਹੜਾ ਹੈ ਉਹ ਕੈਨੇਡਾ ਮਾਈਗ੍ਰੇਟ ਕੀਤੇ, ਉਹਨਾਂ ਵਿੱਚ ਸਟੂਡੈਂਟ ਵੀਜ਼ਾ ਵਾਲੇ ਜ਼ਿਆਦਾ ਹੈ। ਉਸ ਤੋਂ ਬਾਅਦ ਵਰਕ ਵੀਜ਼ਾ ਵਾਲੇ ਵੀ ਹੈ, ਜਿਹਦੇ ਵਿੱਚ ਦੁਬਈ ਮਤਲਬ 16% ਜਿਹੜੀ ਹੈਗੀ ਸਾਡਾ ਟੋਟਲ ਸੈਂਪਲ ਦਾ ਦੁਬਈ ਗਿਆ, ਔਰ ਉਸ ਤੋਂ ਬਾਅਦ ਜਿਹੜਾ 10% ਦੇ ਕਰੀਬ ਜਿਹੜਾ ਹੈ ਉਹ ਆਸਟ੍ਰੇਲੀਆ ਵੀ ਹੈ। ਉਸ ਤੋਂ ਬਾਅਦ ਬਾਕੀ ਪਰਸੈਂਟੇजेस ਹੈ। ਤੁਸੀਂ ਦਿਹਾਤ ਦੀ ਗੱਲ ਕੀਤੀ ਆ, ਜੇ ਅਗਰ ਸ਼ਹਿਰ ਦੇ ਵਿੱਚ ਆ ਜਾਂਦੇ, ਜੇ ਉਹ ਲੱਗਦਾ ਕਿ ਡਾਟਾ ਇਹ ਡਬਲ ਹੋ ਸਕਦਾ ਸੀਗਾ, ਇਸ ਤਰ੍ਹਾਂ ਇਹ ਕਰਜ਼ਾ ਹੋਰ ਹੋ ਸਕਦਾ ਕਿ ਡਬਲ? ਦੇਖੋ, ਜਿੱਥੇ ਤੱਕ ਤਾਂ ਐਕਸਟੈਂਟ ਜਾਂ ਮੈਗਨੀਚਿਊਡ ਦੀ ਹੈ, ਮੈਨੂੰ ਨਹੀਂ ਲੱਗਦਾ ਕਿ ਇਹ ਸ਼ਹਿਰਾਂ ਵਿੱਚ ਡਬਲ ਨਹੀਂ ਹੈ। ਜਿਹੜਾ ਰੂਰਲ ਮਾਈਗ੍ਰੇਸ਼ਨ ਹਲੇ ਵੀ ਅਰਬਨ ਨਾਲੋਂ ਬਹੁਤ ਜ਼ਿਆਦਾ ਹੈ। ਅਦਰਵਾਈਜ਼ ਹੀ ਪਰਸੈਂਟੇਜ ਆਪਾਂ ਰਿਲੇਟਿਵ ਟਰਮਸ 'ਚ ਗੱਲ ਕਰਦੇ ਹਾਂ ਜਾਂ ਐਬਸੋਲੂਟ ਟਰਮਸ ਵਿੱਚ ਵੀ ਗੱਲ ਕਰਦੇ ਹਾਂ ਤੇ ਪਰਸੈਂਟੇਜ ਰੂਰਲ ਪੋਪੂਲੇਸ਼ਨ ਜ਼ਿਆਦਾ ਹੈ, ਤਾਂ ਮਾਈਗ੍ਰੇਸ਼ਨ ਵੀ ਜਿਹੜੀ ਹੈ ਉਹ ਰੂਰਲ ਪੰਜਾਬ ਤੋਂ ਜ਼ਿਆਦਾ ਹੈ ਕੰਪੇਅਰ ਟੂ ਅਰਬਨ। ਔਰ ਉਸ ਪ੍ਰਪੋਰਸ਼ਨ ਵਿੱਚ ਹੀ ਜਿਸ ਪ੍ਰਪੋਰਸ਼ਨ ਵਿੱਚ ਮਾਈਗ੍ਰੇਸ਼ਨ ਹੋਏਗੀ, ਉਸ ਪ੍ਰਪੋਰਸ਼ਨ ਵਿੱਚ ਹੀ ਬੋਰੋਇੰਗ ਜਾਂ ਅਸੈਟਸ ਸੇਲ ਆਫ ਹੋਏਗੀ। ਮੈਡਮ, ਸੁਧਾਰ ਕੋਈ ਹੋਇਆ ਇਸ ਤੋਂ ਬਾਅਦ? ਹੁਣ ਕੋਈ ਸੁਧਾਰ ਆਏ ਨੇ ਜਿਹੜੀਆਂ, ਕਿਉਂਕਿ ਸਾਡੇ PhD ਸਟੂਡੈਂਟਸ ਔਰ ਸਾਡੀ ਐਗਰੀਕਲਚਰ ਰਿਲੇਟਡ ਵੀ ਡਿਫਰੈਂਟ ਪ੍ਰੋਜੈਕਟਸ ਚੱਲਦੇ ਰਹਿੰਦੇ ਆ, ਔਰ ਡਿਪਾਰਟਮੈਂਟ ਵਿੱਚ ਹੋਰ ਐਕੈਡੈਮਿਕ ਜਿਹੜੀਆਂ ਅਸਾਈਨਮੈਂਟਸ ਚੱਲਦੀਆਂ ਰਹਿੰਦੀਆਂ, ਉਹਦੇ ਥਰੂ ਜਿਹੜਾ 22 ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਾਡਾ ਡਾਟਾ ਕਲੈਕਸ਼ਨ ਸੀ ਸੈਪਟੈਂਬਰ 22 ਤੱਕ ਸੀਗਾ, ਔਰ ਉਸ ਤੋਂ ਬਾਅਦ ਰਿਪੋਰਟ ਸਾਡੀ 23 ਵਿੱਚ ਆਊਟ ਹੋਈ, ਪਰ ਉਸ ਚੀਜ਼ ਨੂੰ ਵੀ ਆਲਮੋਸਟ 1 ਸਾਲ ਤੋਂ ਜ਼ਿਆਦਾ ਹੋ ਗਿਆ। ਔਰ ਕੁਝ ऑफिशियल और कुछ अनऑफिशियल सोर्सेज ਦੇ ਥਰੂ ਇਹ ਦੋ ਜਿਹੜੇ ਟ੍ਰੈਂਡਸ ਡੈਫੀਨੇਟਲੀ ਜਿਹੜੇ ਸਾਹਮਣੇ ਆ ਰਹੇ। ਇੱਕ ਤਾਂ ਚੀਜ਼ ਇਹ ਹੈ ਕਿ ਸਟੇਟ ਗਵਰਨਮੈਂਟ ਦੇ ਲੈਵਲ ਤੇ ਕਾਫੀ ਉਪਰਾਲੇ ਕੀਤੇ ਜਾ ਰਹੇ ਹੈ ਟੂ ਕੰਟੇਨ ਯੂਥ ਹੇਅਰ ਆਪਣੇ ਸਟੇਟ ਦੇ ਵਿੱਚ, ਚਾਹੇ ਉਹ ਐਗਰੀਕਲਚਰ ਨੂੰ ਸਸਟੇਨੇਬਲ ਕਰਨ ਦੇ ਲਈ, ਚਾਹੇ ਉਹ ਜੌਬਸ ਓਪਰਚੁਨਿਟੀ ਦੇ ਲਈ ਹੈ, ਚਾਹੇ ਉਹ ਕੰਟਰੈਕਚੁਅਲਾਈਜੇਸ਼ਨ ਦੀ ਗੱਲ ਹੈ। ਇਹਨਾਂ ਤੇ ਕਾਫੀ ਪੋਜ਼ਿਟਿਵ ਸਟੈਪਸ ਚੱਕੇ ਜਾ ਰਹੇ ਆ ਸਟੇਟ ਗਵਰਨਮੈਂਟ ਦੇ ਵੀ, ਔਰ ਈਵਨ ਸਟੇਟ ਗਵਰਨਮੈਂਟ ਫੰਡਡ ਸਾਡਾ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜਾ ਯੂਨੀਵਰਸਿਟੀ ਦੇ ਵਿੱਚ ਵੀ ਹੈ, ਉੱਥੇ ਵੀ ਯੂਥ ਟ੍ਰੇਨਿੰਗ ਦੇ, ਸਕਿੱਲ ਡਿਵੈਲਪਮੈਂਟ ਦੇ ਵੋਕੇਸ਼ਨਲ ਕੋਰਸਿਸ ਹੈ, ਜਿੱਥੇ ਉਹਨਾਂ ਨੂੰ ਚਾਹੇ ਐਂਟਰਪ੍ਰੀਨਿਓਰਸ਼ਿਪ ਦੇ ਕੋਰਸਿਸ ਹੈ, ਉੱਥੇ ਉਹਨਾਂ ਨੂੰ ਸੈਲਫ ਇੰਪਲੋਇਡ ਕਰਨ ਦੇ ਲਈ, ਐਂਟਰਪ੍ਰੀਨਿਓਰਸ਼ਿਪ ਨੂੰ ਪ੍ਰਮੋਟ ਕਰਨ ਦੇ ਲਈ ਕਾਫੀ ਗ੍ਰਾਂਟਸ ਵੀ ਆ ਰਹੀਆਂ ਇਹਦੇ ਮੁਤਲਕ, ਔਰ ਸਟੇਟ ਦੇ ਵੀ ਕਾਫੀ ਪੋਜ਼ਿਟਿਵ ਇੰਟਰਵੈਂਸ਼ਨ ਹੈ। ਔਰ ਇਹ ਮੈਂ ਬਹੁਤ ਆਸ ਕਰਦੀ ਹਾਂ ਐਜ਼ ਅ ਸੋਸ਼ੋਲੋਜਿਸਟ ਵੀ, ਐਜ਼ ਅ ਸਿਟੀਜ਼ਨ ਵੀ, ਕਿ ਆਉਣ ਵਾਲੇ ਟਾਈਮ 'ਚ ਇਹ ਜਿਹੜੇ ਟ੍ਰੈਂਡਸ ਹੈ ਜਿਹੜੇ ਅਸੀਂ ਕਹਿ ਰਹੇ ਹਾਂ ਬਹੁਤ ਪੋਜ਼ਿਟਿਵ ਨਹੀਂ ਹੈ। ਦੇਖੋ, ਮਾਈਗ੍ਰੇਸ਼ਨ ਨੂੰ ਤਾਂ ਨਹੀਂ ਰੋਕਿਆ ਜਾ ਸਕਦਾ, ਇਹ ਹਿਸਟੋਰੀਕਲ ਫਿਨੋਮੀਨਾ ਹੈ, ਸ਼ੁਰੂ ਦਿਨ ਤੋਂ ਹੁੰਦੀ ਰਹੀ ਹੈ, ਪਰ ਚਿੰਤਾ ਦਾ ਵਿਸ਼ਾ ਉਹ ਸੀਗਾ ਕਿ ਜਿਹੜਾ ਇੱਕ ਡੈਮੋਗ੍ਰਾਫਿਕ ਡਿਵੀਡੈਂਡ ਅਸੀਂ ਕਹਿੰਦੇ ਸੀਗੇ ਕਿ ਸਾਡੇ ਜਿਹੜੀ ਪਰਸੈਂਟੇਜ ਆਫ ਯੂਥ ਹੈ ਪੂਰੀ ਪੋਪੂਲੇਸ਼ਨ ਵਿੱਚ, ਇਹ ਡੈਮੋਗ੍ਰਾਫੀ ਦਾ ਸਾਨੂੰ ਇੱਕ ਫਾਇਦਾ ਮਿਲੇਗਾ, ਉਹ ਸਾਡਾ ਫਾਇਦਾ ਬਾਹਰ ਜਾ ਰਿਹਾ ਸੀਗਾ, ਉਹ ਚਿੰਤਾ ਦਾ ਵਿਸ਼ੇ ਸੀਗਾ। ਔਰ ਇਹ ਹੋਇਆ ਵੀ ਕਾਫੀ ਜ਼ਿਆਦਾ, ਪਰ
ਹੁਣ जो ट्रेंड्स है देखो दोनों तरफ, चाहे वो डेस्टिनेशन कंट्री है चाहे वो नेटिव है, नेटिव ते उपराले हो रहे ने to somehow not restrict but to contain this wave of large scale migration, और destination ਤੇ ਪਹਿਲਾਂ ਵਰਗੀ ਜਿਹੜੇ ਸਿਨੈਰੀਓ ਕਾਫੀ ਚੇਂਜ ਹੋ ਚੁੱਕਾ ਹੈ। ਉਹ ਦੋ ਪੁਆਇੰਟਸ ਤੇ ਚੇਂਜ ਹੈ ਮੇਨਲੀ। ਇੱਕ ਤਾਂ ਕਿ ਜੌਬ ਓਪਰਚੁਨਿਟੀਜ਼ ਚ ਉੱਥੇ ਵੀ ਬਹੁਤ competitive ਹੋ ਚੁੱਕੀਆਂ ਨੇ, means your degrees are not exactly getting translated into the job opportunities। Second है cost of living। cost of living ਵੀ ਜਿਹੜੀ ਹੈ ਉੱਥੇ, ਚਾਹੇ ਉਹ rents ਦੇ ਹਾਊਸ ज़्यादा करके स्टूडेंट्स बेसमेंट्स अपनियां लेंदे है, उन्हां दे रेंट्स बहुत एप्रीशिएट हो चुके हैं। या ईवन डे टू डे लिविंग दे लई, सस्टेनेंस दे लई तुहाडी कॉस्ट ऑफ लिविंग जिहड़ी है, चाहे ग्रोसरीज है चाहे ट्रांसपोर्टेशन है, ये भी काफ़ी ज़्यादा उत्थे इन्फ्लेट हो चुकी है। सो दोनों चीज़ां देखो उस तरीके दे नाल मतलब आर गोइंग पैरेलली, मीनस डेस्टिनेशन ते थिंग्स आर नॉट मूविंग इन अ वेरी फेवरेबल डायरेक्शन, एंड अपना स्टेट लेवल ते एफर्ट्स काफ़ी प्रैग्मैटिक एंड बढ़िया से प्रोएक्टिवली गवर्नमेंट is proceeding in that direction and doing all sort of efforts that youth could be contained through generating avenues, through making agriculture viable, especially for small and marginal। और देखो ये लॉन्ग टर्म चीज़ां है, ये ਜਿਹੜਾ ਢਾਂਚਾ कह लो एक बारी ना बहुत जल्दी एकदम बिगड़ता है, ਜਿਹੜਾ ਢਾਂਚਾ एक बारी बिगड़ਿਆ काफ़ी देर तो ਉਹਨੂੰ ਥੋੜਾ ਠੀਕ ਕਰਦੇ, ਉਹਨੂੰ ਲੀਹ ਤੇ ਲਿਆਉਣ ਲਈ ਥੋੜਾ ਟਾਈਮ ਲੱਗੇਗਾ। ਬਟ ਵੀ ਆਰ ਵੈਰੀ ਹੈਪੀ ਐਂਡ ਵੀ ਆਰ ਹੋਪਫੁਲ that the things will change in a positive direction and will be able to reap the benefit of our youth here for the development of our state only। ਵੱਡੀ ਤਾਦਾਦ ਚ ਸਟੂਡੈਂਟ ਬਾਹਰ ਗਿਆ ਵਾ, ਲੱਗਦਾ ਕਿ ਕਰਜ਼ਾ ਹੁਣ ਘਟੇਗਾ, ਜਿਹੜਾ ਇਹਨਾਂ ਦੇ ਮਾਪਿਆਂ ਦੇ ਸਿਰ ਤੇ ਚੜ ਗਿਆ ਜਾਂ ਘਰ ਦੇ ਪਿੱਛੇ ਕੋਈ ਹੈਗਾ ਉਹਨਾਂ ਦੇ ਸਿਰ ਤੇ ਕਰਜ਼ਾ ਚੜ ਗਿਆ, ਘਟ ਜਾਏਗਾ। ਦੇਖੋ ਪਹਿਲਾਂ ਤਾਂ ਰੈਮਿਟੈਂਸਿਸ, ਇਹ ਵੀ ਖੁਲਾਸਾ ਕੁਝ ਹੋਇਆ ਕਿ ਘਟਣਾ ਸ਼ੁਰੂ ਵੀ ਹੋਇਆ ਕੁਝ? ਇਹ ਸਾਡਾ ਰਿਪੋਰਟ ਦਾ ਡਾਇਰੈਕਟਲੀ ਪਾਰਟ ਨਹੀਂ ਸੀਗਾ, ਪਰ ਜਿਹੜੀਆਂ ਪੁਰਾਣੀਆਂ ਸਟੱਡੀਜ਼ ਦਾ ਦੇਖੋ ਅਸੀਂ ਮਾਈਗ੍ਰੇਸ਼ਨ ਨੂੰ ਤਾਂ ਹੀ ਕਦੀ ਡਿਸਕਰੇਜ ਉਸ ਤਰੀਕੇ ਨਾਲ ਨਹੀਂ ਸੀ ਕਰਦੇ, ਕਿਉਂਕਿ ਥਰੂ ਐਫਡੀਆਈ ਫੋਰਨ ਡਾਇਰੈਕਟ ਇਨਵੈਸਟਮੈਂਟ, ਥਰੂ ਰੈਮਿਟੈਂਸਿਸ, ਥਰੂ ਫਿਲੈਂਥ੍ਰੋਪਿਕ ਵਰਕ। ਦੇਖੋ ਜਿੰਨੇ ਵੀ ਆਪਣੇ ਐਨਆਰਆਈ ਸੀ, ਤੁਸੀਂ ਸੁਣਿਆ ਹੋਣਾ ਵੀ ਪਿੰਡ ਚ ਆ ਕੇ ਸਕੂਲ ਪੱਕਾ ਕਰਾਇਆ, ਸੜਕਾਂ ਪੱਕਾ ਕਰਾਈਆਂ, ਗੁਰਦੁਆਰਿਆਂ ਤੇ ਲੱਗਿਆ ਪੈਸਾ, ਹੈਲਥ ਸੈਕਟਰ ਤੇ ਕਾਫੀ ਸਪੈਂਡ ਕਰ ਦਿੰਦੇ ਸੀਗੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜੇ ਫਿਲੈਂਥ੍ਰੋਪਿਕ ਐਕਟੀਵਿਟੀਜ਼ ਦੇ ਥਰੂ ਐਨਆਰਆਈਜ਼ ਦੀ ਬੜਾ ਚੰਗਾ ਯੋਗਦਾਨ ਸੀਗਾ, ਬਹੁਤ ਸਪੈਂਡ ਕਰਦੇ ਸੀ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ। ਉਦੋਂ ਤੱਕ ਇਹ ਬਹੁਤ ਠੀਕ ਵੀ ਸੀਗਾ ਔਰ ਰੂਟਸ ਦੇ ਨਾਲ ਵੀ ਆਪਣੇ ਜੁੜੇ ਹੋਏ ਸੀਗੇ। ਪਰ ਪ੍ਰੋਬਲਮ ਉੱਥੇ ਆਈ ਜਿੱਥੋਂ ਬੱਚੇ ਵੀ ਜਾ ਰਹੇ ਇੱਥੋਂ ਔਰ ਨਾਲ ਕਾਫੀ ਪੈਸਾ ਲੈ ਕੇ ਜਾ ਰਹੇ, ਔਰ ਰੈਮਿਟੈਂਸਿਸ ਦਾ ਜਿਹੜਾ ਹੈ ਫਲੋ ਹੈ ਉਹ ਕਾਫੀ ਘਟ ਗਿਆ, ਰਾਦਰ ਆਊਟਫਲੋ ਹੋ ਗਿਆ। ਚਾਹੇ ਉਹ ਕਰਜ਼ਾ ਲੈ ਲੈ ਕੇ ਅਸੀਂ ਗਏ ਇੱਥੋਂ, ਪੈਸਾ ਉੱਧਰ ਹੀ ਗਿਆ, ਤੇ ਉਹ ਜਿਹੜਾ ਇੱਕ ਰਿਵਰਸਲ ਆਫ ਟ੍ਰੈਂਡ ਸੀਗਾ ਉਹਨੂੰ ਕੰਟੇਨ ਕਰਨ ਦੀ ਜ਼ਰੂਰਤ ਹੈ। ਮਾਈਗ੍ਰੇਸ਼ਨ ਕਾਰਨ ਕੀ ਸੀ, ਕਿ ਜਾਣ ਦਾ ਕਾਰਨ ਕੀ ਹੈ, ਕਿਉਂ ਗਏ, ਇਹ ਵੀ ਰਿਪੋਰਟ ਦੇ ਵਿੱਚ ਕੋਈ ਲਿਖਿਆ ਹੈ ਤੁਸੀਂ? ਹਾਂਜੀ ਬਿਲਕੁਲ, ਉਦੋਂ ਮੈਂਸ਼ਨ ਤੇ ਹੀ ਕੀਤਾ ਇਹ, ਕਿਉਂਕਿ ਡਾਟਾ ਸਾਡਾ ਸੈਪਟੈਂਬਰ 22 ਤੱਕ ਦਾ ਸੀਗਾ। ਉਹਦੇ ਵਿੱਚ ਮੇਜਰਲੀ ਜਿਹੜਾ ਰੀਜ਼ਨ ਤੇ ਲੈਸ ਇੰਪਲੋਇਮੈਂਟ ਓਪਰਚੁਨਿਟੀਜ਼ ਦਾ ਆਇਆ, ਔਰ ਇੱਕ ਕੰਟਰੈਕਚੁਅਲਾਈਜੇਸ਼ਨ ਦਾ ਜਿਹੜਾ ਫੇਜ਼ ਸ਼ੁਰੂ ਹੋ ਗਿਆ ਸੀ ਵੀ ਹਰ ਜੌਬ ਜਿਹੜੀ ਹੈ ਉਹ ਕੰਟਰੈਕਟ ਤੇ, ਜੌਬ ਸਿਕਿਉਰਿਟੀ, ਸੋਸ਼ਲ ਸਿਕਿਉਰਿਟੀ ਉਸ ਤਰੀਕੇ ਦੇ ਨਾਲ ਨਹੀਂ ਸੀਗੀ। ਔਰ ਉਹੀ ਇੱਕ ਦੌਰ ਸੀਗਾ ਜਦੋਂ ਪੰਜਾਬ ਇਨਫੇਮਸ ਹੋਇਆ, ਕਹਿ ਲਓ, ਮੈਂ ਬਦਨਾਮ ਬਹੁਤ ਵੱਡਾ ਵਰਡ ਹੈ, ਮੈਂ ਆਪਣੀ ਸਟੇਟ ਲਈ ਨਹੀਂ ਯੂਜ਼ ਕਰ ਸਕਦੀ, ਪਰ ਉਦੋਂ ਸੁਰਖੀਆਂ ਤਾਂ ਆਇਆ ਨਸ਼ਿਆਂ ਦੇ ਲਈ, ਇੱਕ ਨੈਸ਼ਨਲ ਨਿਊਜ਼ ਬਣ ਗਿਆ, ਨੈਸ਼ਨਲ ਨਹੀਂ ਮੈਂ ਤਾਂ ਇੰਟਰਨੈਸ਼ਨਲ ਵੀ ਕਹੂੰਗੀ, ਕਿ ਉਦੋਂ ਪੰਜਾਬ ਵਿੱਚ ਉਹ ਟਰੈਪ ਤੋਂ ਆਪਣੇ ਬਚਾਉਣ ਦੇ ਲਈ ਵੀ ਪੇਰੈਂਟਸ ਨੇ ਇੱਕ, ਕਹਿ ਲਓ, ਇੱਕ ਘਬਰਾ ਕੇ ਜੇ ਵਾਲਾ ਵੀ ਕਿ ਇੱਧਰ ਨਹੀਂ ਹੈ, ਉੱਧਰ ਬੱਚੇ ਪੜ੍ਹਨਗੇ ਤੇ ਉੱਧਰ ਕਮਾਈਆਂ ਕਰਨਗੇ। ਸਮਹਾਉ ਕੁਛ ਉਹਦਾ ਫਾਇਦਾ ਵੀ ਹੋਇਆ, ਸਟੂਡੈਂਟਸ ਉੱਧਰ ਜਾ ਕੇ ਪਹਿਲਾਂ ਸੈਟਲ ਹੋਏ, ਜਿਹੜੇ ਪਹਿਲਾਂ ਵਾਲਾ ਡਾਟਾ ਸਾਨੂੰ ਸ਼ੋ ਕਰ ਰਿਹਾ। ਹਲੇ ਨੈਚੁਰਲੀ ਜਿਹੜਾ 2015-16 ਚ ਗਏ ਆ, ਉਹਨਾਂ ਨੇ ਉਸ ਤਰੀਕੇ ਦੇ ਨਾਲ ਨਾ ਤਾਂ ਬੱਚੇ ਪੜ੍ਹ ਕੇ ਹਲੇ ਉਹਨਾਂ ਉਸ ਤਰੀਕੇ ਨਾਲ ਸੈਟਲ ਹੋਇਆ, ਨਾ ਰੈਮਿਟੈਂਸਿਸ ਦਾ ਆਇਆ। ਹਲੇ ਤੱਕ ਤਾਂ ਸਾਡੇ ਕੋਲ ਡਾਟਾ ਆਊਟਫਲੋ ਦਾ ਹੀ ਆਇਆ ਵੀ ਇੰਨਾ ਬੋਰੋ ਕਰ ਲਿਆ, ਇੰਨੇ ਸੈਟ ਸੋਲਡ ਕੀਤੇ, ਜਿਹੜਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਆਸ ਕਰਾਂਗੇ ਕਿ ਜਿਹੜਾ ਸਾਡਾ ਇੱਧਰੋਂ ਗਏ ਆ ਉਹ ਪਹਿਲੀਆਂ ਪੀੜ੍ਹੀਆਂ ਵਾਂਗੂ ਸਾਡੇ ਇੱਧਰ ਪੰਜਾਬ ਦੀ ਡਿਵੈਲਪਮੈਂਟ 'ਚ ਆਪਣਾ ਯੋਗਦਾਨ ਪਾਉਣ। ਉਹ ਵਾਲੀ ਜਨਰੇਸ਼ਨ ਜਿਹੜੀ ਸਟੂਡੈਂਟ ਵੀਜ਼ਾ ਤੇ ਵੀ ਗਈ ਹੈ, ਔਰ ਅਸੀਂ
ਆਪਣੇ ਹੀ ਇੱਧਰ ਉਸ ਟਾਈਮ ਤਾਂ ਦੇਖੋ ਜਿਹੜੇ ਪੇਰੈਂਟਸ ਜਿਹੜੇ ਮਾਈਗ੍ਰੈਂਟ ਹਾਊਸਹੋਲਡਸ ਨੇ ਤਿੰਨ ਮੇਜਰ ਰੀਜ਼ਨਸ ਹੀ ਦੱਸੇ। ਇੱਕ ਤਾਂ ਆਪਣੀ ਲੈਸ ਇੰਪਲੋਇਮੈਂਟ ਓਪਰਚੁਨਿਟੀਜ਼ ਐਂਡ ਕੰਟਰੈਕਚੁਅਲਾਈਜੇਸ਼ਨ ਦੀ ਗੱਲ ਕੀਤੀ। ਸੈਕਿੰਡ ਜਿਹੜੀ ਗੱਲ ਉਹਨਾਂ ਨੇ ਕੀਤੀ ਸਿਸਟਮਿਕ ਡਿਸਆਰਡਰ ਦੀ, ਜਿਹੜਾ ਆਪਣਾ ਢਾਂਚਾ ਜਿਹਨੂੰ ਆਪਾਂ ਕਹਿੰਦੇ ਆ ਨਾ, ਸਿਸਟਮ ਜਿਹੜਾ ਵਿਗੜਿਆ, ਚਾਹੇ ਉਹ ਪੋਲੀਟੀਕਲ ਸੀਗਾ ਉਸ ਦੌਰ ਦੇ ਵਿੱਚ, ਚਾਹੇ ਉਹ ਬਿਊਰੋਕ੍ਰੈਟਿਕ ਵੀ ਸੀਗਾ, ਵੀ ਬਿਨਾਂ ਕਰਪਸ਼ਨ ਦੇ, ਬਿਨਾਂ ਰਿਸ਼ਵਤ ਦੇ ਕਿਤੇ ਕੋਈ, ਚਾਹੇ ਉਹ ਕਾਰਪੋਰੇਸ਼ਨ ਦਾ ਦਫ਼ਤਰ ਹੈ ਤੇ ਚਾਹੇ ਕੋਈ ਹੋਰ ਦਫ਼ਤਰ ਹੈ, ਬਿਨਾਂ ਕਹਿ ਲਓ ਰਿਸ਼ਵਤ ਦੇ ਤੁਹਾਡਾ ਕੋਈ ਵੀ ਕੰਮ ਸਿੰਪਲ ਹੋ ਹੀ ਨਹੀਂ ਰਿਹਾ। ਇੱਕ ਉਹ ਦੌਰ ਸੀਗਾ ਜਿਹਦੇ 'ਚ ਹੁਣ ਅਸੀਂ ਆਸ ਕਰਾਂਗੇ ਕਿ ਇਹ ਚੀਜ਼ਾਂ, ਕੁਝ ਚੀਜ਼ਾਂ ਲਾਈਨ ਤੇ ਆ ਰਹੀਆਂ ਤੇ ਆਉਣ ਵਾਲੇ ਟਾਈਮ 'ਚ ਹੋਰ ਇਹਨੂੰ ਅਸੀਂ ਆਪਣਾ ਜਿਹੜਾ ਸੋਸ਼ਲ ਪੋਲੀਟੀਕਲ ਔਰ ਬਿਊਰੋਕ੍ਰੈਟਿਕ ਜਿਹੜਾ ਸਟਰਕਚਰ ਹੈ ਉਹਨੂੰ ਆਪਾਂ ਆਰਗੇਨਾਈਜ਼ ਕਰ ਸਕੀਏ, ਜਿਹੜਾ ਇੰਨਾ ਡਿਸਆਰਗੇਨਾਈਜ਼ ਹੋ ਗਿਆ ਸੀਗਾ, ਔਰ ਆਪਣਾ ਇਹ ਜਿਹੜਾ ਯੂਥ ਨੂੰ ਆਪਾਂ ਜਿੱਥੇ ਤੱਕ ਹੋ ਸਕੇ ਆਪਾਂ ਇੱਥੇ ਹੀ ਕੰਟੇਨ ਕਰੀਏ। ਯੂਥ ਨੂੰ ਸੰਭਾਲਣ ਦੀ ਜਿਹੜੀ ਗੱਲ ਆਖੀ ਗਈ ਆ, ਪੰਜਾਬ ਦੇ ਸਿਰ ਤੇ ਜਿਹੜਾ ਕਿ ਪਰਿਵਾਰਾਂ ਦੇ ਸਿਰ ਤੇ 14,000 ਤੋਂ ਵੱਧ ਕਰੋੜ ਦਾ ਜਿਹੜਾ ਕਰਜ਼ਾ ਜਿਹੜਾ ਚੜਿਆ ਹੋਇਆ ਵਾ, ਸੋ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਵਾ। ਸੋ ਮੈਡਮ ਨੇ ਵੀ ਇਹ ਜਿਹੜੀ ਗੱਲ ਕਹੀ ਹੈ ਕਿ ਇਸ ਦੇ ਵਿੱਚ ਸੁਧਾਰ ਵੀ ਜਿਹੜਾ ਵਾ ਵੱਡੀ ਤਾਦਾਦ ਵਿੱਚ ਹੋ ਰਿਹਾ ਵਾ। ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਬਿੰਦੂ, ਜਗਬਾਣੀ ਟੀਵੀ, ਲੁਧਿਆਣਾ।